हेलो लर्नर्स, वेलकम बैक टू मैक एजुकेशनस। ਅੱਜ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਗਣਿਤ ਵਿਸ਼ੇ ਦੇ ਅਭਿਆਸ 4.4 ਦੀ ਗੱਲ ਕਰਾਂਗੇ। ਇਹ ਅਸੀਂ 8ਵੀਂ ਜਮਾਤ ਦਾ ਮੈਥ ਸਟਾਰਟ ਕਰ ਰੱਖਿਆ ਹੈ। ਇਸ ਤੋਂ ਪਹਿਲੇ ਦੀ ਜਿੰਨੀ ਵੀ ਐਕਸਰਸਾਈਜ਼ਸ ਹੈ ਉਹ ਸਾਡੇ ਚੈਨਲ ਤੇ ਅਵੇਲੇਬਲ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਤਾਂ ਜਿਹੜੀ ਅਭਿਆਸ 4.4 ਹੈ, ਚੈਪਟਰ 4 ਦੇ ਅਧੀਨ ਯਾਨੀ ਕਿ ਅੰਕੜਿਆਂ ਦੇ ਪ੍ਰਬੰਧਨ ਦੇ ਅਧੀਨ ਅਧਿਆਇ 4.4, ਇਹ ਸਾਰੀ ਸੰਭਾਵਨਾ ਦੇ ਨਾਲ ਰਿਲੇਟਡ ਹੈ। ਠੀਕ ਹੈ, ਸੰਭਾਵਨਾ ਕੀ ਹੁੰਦੀ ਹੈ? ਤਾਂ ਜੀ ਜਦੋਂ ਵੀ ਅਸੀਂ ਗੱਲ ਕਰ ਰਹੇ ਹਾਂ, ਅਸੀਂ ਆਮ ਜ਼ਿੰਦਗੀ 'ਚ ਰੋਜ਼ ਹੀ ਸੁਣਦੇ ਹਾਂ ਕਿ ਅੱਜ ਬਾਰਿਸ਼ ਹੋਣ ਵਾਲੀ ਹੈ। ਤੁਹਾਡੇ ਮੰਮਾ ਕਹਿੰਦੇ ਹੋਣਗੇ ਬਾਰਿਸ਼ ਹੋਣ ਵਾਲੀ ਹੈ, ਕੱਪੜੇ ਉਤਾਰ ਲਿਆਓ ਜਾ ਕੇ ਛੱਤ ਤੋਂ। ਠੀਕ ਹੈ, ਜਾਂ ਕਹਿ ਦਿੰਦੇ ਹਾਂ ਕਿ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਇੰਡੀਆ ਹੀ ਜਿੱਤੂਗਾ ਅੱਜ ਤਾਂ। ਠੀਕ ਹੈ, ਅਤੇ ਜ਼ਰੂਰੀ ਤਾਂ ਨਹੀਂ ਕਿ ਇੰਡੀਆ ਹੀ ਜਿੱਤੂਗਾ ਜਾਂ ਪਾਕਿਸਤਾਨ ਹਾਰ ਜਾਊਗਾ ਜਾਂ ਪਾਕਿਸਤਾਨ ਹੀ ਜਿੱਤੂਗਾ, ਬਟ ਉਹ ਸਾਡਾ ਕੀ ਹੁੰਦਾ ਹੈ, ਅੰਦਾਜ਼ਾ ਹੁੰਦਾ ਹੈ। ਠੀਕ ਹੈ, ਅਸੀਂ ਅੰਦਾਜ਼ਿਆਂ ਨਾਲ ਗੱਲ ਕਰਦੇ ਹਾਂ। ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸ਼ਾਇਦ ਤੁਸੀਂ ਸਹੀ ਹੋ, ਸ਼ਾਇਦ ਉਹ ਕੁੜੀ ਸਹੀ ਹੈ ਜਾਂ ਸ਼ਾਇਦ ਉਹ ਮੁੰਡਾ ਗਲਤ ਹੈ। ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ 100% ਸਹੀ ਹੈ ਗੱਲ, ਇਹ 100% ਸਹੀ ਨਹੀਂ ਹੁੰਦੀ ਗੱਲ, ਪਰ ਇੱਕ ਸੰਭਾਵਨਾ ਹੁੰਦੀ ਹੈ, ਇੱਕ ਐਸਟੀਮੇਟ ਲਗਾਇਆ ਜਾਂਦਾ ਹੈ ਕਿ ਇੱਕ ਅੰਦਾਜ਼ਾ, ਅਸੀਂ ਇਸ ਨੂੰ ਕੀ ਕਹਿ ਸਕਦੇ ਹਾਂ, ਅੰਦਾਜ਼ਾ। ਅੰਦਾਜ਼ੇ ਨਾਲ ਗੱਲ ਕਰ ਰਹੇ ਹਾਂ ਅਤੇ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਸੰਭਾਵਨਾ। ਸੰਭਾਵਨਾ ਅਤੇ ਇੰਗਲਿਸ਼ 'ਚ ਕੀ ਕਹਿੰਦੇ ਹਾਂ, ਪ੍ਰੋਬੇਬਿਲਿਟੀ। ਠੀਕ ਹੈ, ਤਾਂ ਇਹ ਕੀ ਹੈ ਕਿ ਵੈਸੇ ਤਾਂ ਮੈਥਮੈਟਿਕਸ ਕੀ ਕਰਦਾ, ਇੱਕ ਸਟੀਕ ਸਾਨੂੰ ਆਨਸਰ ਦਿੰਦਾ ਹਰੇਕ ਚੀਜ਼ ਦੇ। ਅਸੀਂ ਮੈਥਸ ਨੂੰ ਬਹੁਤ ਹੀ ਜ਼ਿਆਦਾ ਪ੍ਰੈਕਟੀਕਲ ਲੈਂਗੁਏਜ ਜਾਂ ਬਹੁਤ ਹੀ ਜ਼ਿਆਦਾ ਪ੍ਰੈਕਟੀਕਲ ਸਬਜੈਕਟ ਮੰਨਦੇ ਹਾਂ, ਪਰ ਇਹਦੇ 'ਚ ਪ੍ਰੋਬੇਬਿਲਿਟੀ ਇੱਕ ਇਹੋ ਜਿਹਾ ਟੌਪਿਕ ਹੈ ਜਿਹੜੀ ਸੰਭਾਵਨਾ ਦੇ ਆਧਾਰ 'ਤੇ ਗੱਲ ਕਰਦੇ ਹੈ, ਅਤੇ ਉਸ ਨੂੰ ਸੰਭਾਵਨਾ ਨੂੰ ਇਹਨਾਂ ਨੇ ਕੀ ਕੀਤਾ ਹੈ, ਨੰਬਰਸ ਦੀ ਫੋਰਮ ਦੇ ਵਿੱਚ ਲੈ ਆਏ ਹੈ, ਅੰਕਾਂ ਦੀ ਫੋਰਮ ਦੇ ਵਿੱਚ ਲੈ ਆਏ ਹੈ। ਠੀਕ ਹੈ ਜੀ, ਤਾਂ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਸਟਾਰਟ ਕਿੱਥੋਂ ਹੋਈ ਸੀ ਗੱਲ ਕਿ 18ਵੀਂ ਸ਼ਤਾਬਦੀ ਤੋਂ ਬਾਅਦ ਲੋਕ ਜਦੋਂ ਪਾਸਿਆਂ ਨਾਲ ਖੇਡਦੇ ਸੀ, ਪਾਸੇ ਸੁੱਟਦੇ ਸੀ, ਜਿਹਨੂੰ ਅਸੀਂ ਡਾਈਸ ਕਹਿ ਦਿੰਦੇ ਹਾਂ। ਠੀਕ ਹੈ, ਠੀਕ ਹੈ, ਡਾਈਸ ਸੁੱਟਦੇ ਸੀ ਅਤੇ ਅਸੀਂ ਡਾਈਸ 'ਤੇ ਸਾਨੂੰ ਪਤਾ ਹੈ ਕਿ 1 2 3 4 5 6 ਤੱਕ ਡਿਜਿਟ ਲਿਖੇ ਹੁੰਦੇ ਹੈ, ਅਤੇ ਆਪਸ 'ਚ ਗੱਲ ਕਰਦੇ ਸੀ ਕਿ 4 ਆਉਣ ਦੀ ਕਿੰਨੀ ਸੰਭਾਵਨਾ ਹੈ, 6 ਆਉਣ ਦੀ ਕਿੰਨੀ ਸੰਭਾਵਨਾ ਹੈ। ਹੌਲੀ ਹੌਲੀ ਇਸ ਫੀਲਡ ਦਾ ਵਿਸਥਾਰ ਹੋਇਆ, ਇਹ ਫੀਲਡ ਹੋਣ ਦੇ ਵਿੱਚ ਆਈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇੱਕ ਅੰਦਾਜ਼ੇ ਬਾਰੇ ਇਹ ਗੱਲ ਕਰਨ ਜਾ ਰਹੇ ਹਾਂ। ਠੀਕ ਹੈ ਜੀ, ਤਾਂ ਇੱਕ ਦੋ ਗੱਲਾਂ ਬੜੀ ਧਿਆਨ ਰੱਖਣ ਯੋਗ ਹੈ ਇਸ ਦੇ ਵਿੱਚ ਕੀ ਹੈ ਕਿ ਸੰਭਾਵਨਾ ਕਦੇ ਵੀ 0 ਤੋਂ ਘੱਟ ਨਹੀਂ ਹੋ ਸਕਦੀ। 0 ਤੋਂ ਘੱਟ ਹੀ ਭਾਵ ਕਿ ਨੈਗੇਟਿਵ ਨੰਬਰ ਨਹੀਂ ਹੋ ਸਕਦੀ। ਠੀਕ ਹੈ, ਅਤੇ ਸੰਭਾਵਨਾ ਕਦੇ ਵੀ 1 ਤੋਂ ਵੱਧ ਨਹੀਂ ਹੋ ਸਕਦੀ, ਉਹਦੀ ਰੇਂਜ ਇੰਨੀ ਰਹੇਗੀ 0 ਤੋਂ 1 ਦੇ ਵਿਚਕਾਰ। ਘੱਟ ਤੋਂ ਘੱਟ 0 ਹੋ ਸਕਦੀ ਹੈ, ਵੱਧ ਤੋਂ ਵੱਧ 1 ਆ ਸਕਦੀ ਹੈ, ਇਹਦੇ ਵਿਚਕਾਰ ਹੋ ਸਕਦੀ ਹੈ, ਜਿਵੇਂ 1/2 1/3 1/4। ਠੀਕ ਹੈ, ਇਸ ਤਰੀਕੇ ਨਾਲ। ਤਾਂ ਇਹ ਜਿਹੜੀ ਸੰਖਿਆਵਾਂ ਨੇ ਆ 0 ਤੋਂ 1 ਦੇ ਵਿਚਕਾਰ ਹੀ ਹੈ, ਇਸ ਕਰਕੇ ਸੰਭਾਵਨਾ ਵੀ ਇਹਨਾਂ ਦੇ ਵਿਚਕਾਰ ਹੀ ਰਹਿੰਦੀ ਹੈ। ਨਾ ਤਾਂ ਉਹ 1 ਤੋਂ ਵੱਧ ਹੋ ਸਕਦੀ, ਭਾਵੇਂ 1.5 ਆਪਾਂ ਕਹਿ ਦਈਏ, ਨਹੀਂ ਹੋ ਸਕਦੀ। -10 ਕਹਿ ਦਈਏ, ਨਹੀਂ ਹੋ ਸਕਦੀ। ਨੈਗੇਟਿਵ ਨੰਬਰ 1 ਤੋਂ ਵੱਡਾ ਨੰਬਰ ਨਹੀਂ ਹੋ ਸਕਦੀ। ਠੀਕ ਹੈ ਜੀ, ਤਾਂ ਚਲੋ ਅਸੀਂ ਐਕਸਰਸਾਈਜ਼ ਸਟਾਰਟ ਕਰਦੇ ਹਾਂ, ਉਸ ਤੋਂ ਬਾਅਦ ਸਾਨੂੰ ਇਹ ਸਾਰੀ ਚੀਜ਼ਾਂ ਕਲੀਅਰ ਹੋਣਗੀਆਂ। ਇੱਕ ਫਾਰਮੂਲਾ ਤੁਸੀਂ ਜ਼ਰੂਰ ਲਿਖਣਾ ਹੈ, ਯਾਦ ਰੱਖਣਾ ਹੈ, ਜਿਹੜਾ ਅਸੀਂ ਹਰੇਕ ਕੁਐਸਚਨ ਦੇ ਵਿੱਚ ਯੂਜ਼ ਕਰਨਾ ਹੈ ਉਹਨੂੰ। ਠੀਕ ਹੈ, ਤਾਂ ਫਾਰਮੂਲਾ ਲਿਖਣੇ ਆ। ਸੰਭਾਵਨਾ ਨੂੰ ਅਸੀਂ ਲਿਖਣੇ ਆ PE। ਕੀ ਲਿਖਣੇ ਆ? PE। ਠੀਕ ਹੈ, ਪ੍ਰੋਬੇਬਿਲਿਟੀ। ਤਾਂ ਇਹਦੇ ਵਿੱਚ ਕੀ ਲਿਖਾਂਗੇ ਫਾਰਮੂਲੇ ਨੂੰ? ਅਨੁਕੂਲ ਪਰਿਣਾਮਾਂ ਦੀ ਸੰਖਿਆ ਬਟਾ ਕੁੱਲ ਪਰਿਣਾਮਾਂ ਦੀ ਗਿਣਤੀ। ਠੀਕ ਹੈ ਜੀ, ਇਹ ਸਾਡੇ ਕੋਲ ਫਾਰਮੂਲਾ ਹੈ, ਇਸ ਨੂੰ ਅਸੀਂ ਯਾਦ ਵੀ ਰੱਖਣਾ ਹੈ ਅਤੇ ਯੂਜ਼ ਵੀ ਕਰਨਾ ਹੈ। ਠੀਕ ਹੈ,
ਤਾਂ ਚਲਦੇ ਹਾਂ ਅਸੀਂ ਇਸ ਨੂੰ ਅਸੀਂ ਯਾਦ ਰੱਖਣਾ ਹੈ, ਅਨੁਕੂਲ ਪਰਿਣਾਮਾਂ ਦੀ ਸੰਖਿਆ ਤੇ ਕੁੱਲ ਪਰਿਣਾਮਾਂ ਦੀ ਗਿਣਤੀ ਜਾਂ ਸੰਖਿਆ। ਠੀਕ ਹੈ। ਤੇ ਇੱਕ ਗੱਲ ਹੋਰ ਯਾਦ ਰੱਖਣਯੋਗ ਹੈ ਕਿ ਜਿਹੜੀ ਪ੍ਰੋਬੇਬਿਲਿਟੀ ਹੈ ਜਾਂ ਸੰਭਾਵਨਾ ਹੈ ਇਹਦਾ ਕੋਈ ਯੂਨਿਟ ਨਹੀਂ ਹੁੰਦਾ, ਯਾਨੀ ਕਿ ਇਹਨੂੰ ਇਹ ਇੱਕ ਸੰਖਿਆ ਹੀ ਹੁੰਦੀ ਹੈ। ਜਿਵੇਂ 1/2 ਆ ਜਾਏਗੀ, 1/3 ਆ ਜਾਏਗੀ, ਇਹਨਾਂ ਦੇ ਪਿੱਛੇ ਕੋਈ ਕਿਲੋਗ੍ਰਾਮ, ਗ੍ਰਾਮ, ਮੀਟਰ ਇਹ ਚੀਜ਼ਾਂ ਨਹੀਂ ਲੱਗਦੀਆਂ, ਇਹਨਾਂ ਦਾ ਕੋਈ ਯੂਨਿਟ ਨਹੀਂ ਹੁੰਦਾ। ਠੀਕ ਹੈ। ਕਿਉਂਕਿ ਦੇਖੋ ਉੱਤੇ ਵੀ ਸੰਖਿਆ ਥੱਲੇ ਵੀ ਸੰਖਿਆ, ਸੰਖਿਆ ਨੂੰ ਸੰਖਿਆ ਨਾਲ ਭਾਗ ਦੇਵਾਂਗੇ ਆਪਣੇ ਕੋਲ ਸਿਰਫ ਸੰਖਿਆ ਹੀ ਰਹਿ ਜਾਂਦੀ, ਇੱਕ ਤਰ੍ਹਾਂ ਦਾ ਇੱਕ ਅਨੁਪਾਤ ਹੈ ਤੇ ਅਨੁਪਾਤ ਦਾ ਕੋਈ ਵੀ ਯੂਨਿਟ ਨਹੀਂ ਹੁੰਦਾ। ਠੀਕ ਹੈ ਜੀ, ਇੰਨੀ ਗੱਲ ਅਸੀਂ ਯਾਦ ਰੱਖਾਂਗੇ। ਤਾਂ ਚਲਦੇ ਹਾਂ ਪਹਿਲੇ ਕੁਐਸਚਨ ਦੇ ਵਿੱਚ। ਕਹਿੰਦੇ ਜੇਕਰ ਇੱਕ ਪਾਸੇ ਨੂੰ ਸੁੱਟਿਆ ਜਾਵੇ, ਪਾਸੇ ਤੋਂ ਭਾਵ ਹੈ ਕਿ ਇੱਥੇ ਅਸੀਂ ਇੱਕ ਡਾਈਸ ਡਰਾ ਕਰਦੇ ਹਾਂ, ਡਾਈਸ ਡਰਾ ਕਰ ਲੈਂਦੇ ਹਾਂ ਅਸੀਂ, ਤੁਹਾਨੂੰ ਥੋੜ੍ਹੀ ਜਿਹੀ ਕਲੈਰਿਟੀ ਹੋ ਜਾਏਗੀ ਇਸ ਚੀਜ਼ ਬਾਰੇ। ਇਸ ਤਰ੍ਹਾਂ ਦਾ ਡਾਈਸ ਤੁਸੀਂ ਲੂਡੋ ਵਗੈਰਾ ਖੇਡਦੇ ਹੋ ਤਾਂ ਤੁਹਾਡੇ ਕੋਲ ਹੁੰਦਾ ਹੈ ਨਾ, ਤਾਂ ਇੱਥੇ ਲਿਖਿਆ ਹੁੰਦਾ ਹੈ 1 ਦੇ ਪਿੱਛੇ ਵਾਲੀ ਸਾਈਡ 5 6। ਠੀਕ ਹੈ। ਇੱਧਰ ਨੂੰ ਬਣਿਆ ਹੁੰਦਾ ਹੈ 2 ਤਾਂ ਇੱਧਰ ਨੂੰ ਬਣਿਆ ਹੁੰਦਾ ਹੈ 5, ਇੱਧਰ ਨੂੰ ਹੈ 4 ਤਾਂ ਇਸ ਸਾਈਡ ਹੋਏਗਾ 3। ਠੀਕ ਹੈ। ਠੀਕ। ਤਾਂ ਕੁੱਲ ਮਿਲਾ ਕੇ ਆਪਣੇ ਕੋਲ ਕਿੰਨੀਆਂ ਸੰਖਿਆਵਾਂ ਨੇ, ਕੁੱਲ ਸੰਖਿਆਵਾਂ ਡਾਈਸ ਦੇ ਕਿੰਨੀਆਂ ਹੁੰਦੀਆਂ ਨੇ, ਅਸੀਂ ਲਿਖਾਂਗੇ ਕਿ ਪਾਸੇ ਦੇ ਉੱਪਰ ਕੁੱਲ ਸੰਖਿਆਵਾਂ, ਇਹ ਤਾਂ ਅਸੀਂ ਪਹਿਲਾਂ ਲਿਖ ਹੀ ਲਵਾਂਗੇ, ਪਾਸੇ ਦੇ ਉੱਪਰ ਕੁੱਲ ਸੰਖਿਆਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ 6। ਪਾਸੇ ਦੇ ਉੱਪਰ ਕੁੱਲ ਸੰਖਿਆਵਾਂ ਦੀ ਗਿਣਤੀ 6 ਹੁੰਦੀ ਹੈ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਸਾਡੇ ਕੋਲ ਉਹਨਾਂ ਨੇ ਪੁੱਛਿਆ ਕੀ ਹੈ ਕਿ ਜੇਕਰ ਇੱਕ ਪਾਸੇ ਨੂੰ ਸੁੱਟਿਆ ਜਾਵੇ ਤਾਂ ਸੰਭਾਵਨਾ ਪਤਾ ਕਰੋ ਕਿ 3 ਤੋਂ ਛੋਟੀ ਸੰਖਿਆ ਕਿੰਨੀ ਆ ਸਕਦੀ ਹੈ। ਤਾਂ 3 ਤੋਂ ਛੋਟੀ ਸੰਖਿਆਵਾਂ ਕਿੰਨੀਆਂ ਹੋਣਗੀਆਂ, 1 2 ਕੀ 3 ਹੋਏਗੀ, ਨਹੀਂ 3 ਨਹੀਂ ਲੈਣੀ ਅਸੀਂ, 3 ਤੋਂ ਛੋਟੀਆਂ ਕਿੰਨੀਆਂ ਸੰਖਿਆਵਾਂ ਡਾਈਸ ਦੇ ਉੱਤੇ ਪਈਆਂ ਨੇ, 2। ਤਾਂ ਅਨੁਕੂਲ ਪਰਿਣਾਮ ਕਿੰਨੇ ਨੇ, ਅਨੁਕੂਲ ਪਰਿਣਾਮਾਂ ਦੀ ਗਿਣਤੀ ਕਿੰਨੇ, ਅਨੁਕੂਲ ਪਰਿਣਾਮਾਂ ਦੀ ਗਿਣਤੀ ਕਿੰਨੀ ਹੈ ਸਾਡੇ ਕੋਲ, 2 ਹੀ ਸੰਖਿਆਵਾਂ ਹੈ, 1 ਤੇ 2। ਠੀਕ ਹੈ। ਤਾਂ ਸਾਡੇ ਕੋਲ ਇਹੀ ਫਾਰਮੂਲਾ ਹੁਣ ਅਸੀਂ ਲਗਾਵਾਂਗੇ ਜਿਹੜਾ ਅਸੀਂ ਪਹਿਲੇ ਆਹ ਵਾਲਾ ਲਿਖਿਆ ਸੀ। ਠੀਕ ਹੈ ਜੀ। ਤਾਂ ਇਹਦੇ ਵਿੱਚ ਅਸੀਂ ਕੀ ਲਿਖਾਂਗੇ, ਸਾਡੇ ਕੋਲ ਅਨੁਕੂਲ ਪਰਿਣਾਮਾਂ ਦੀ ਸੰਖਿਆ ਕਿੰਨੀ ਆਈ ਹੈ, 2 ਬਟਾ ਸਾਰੀ ਕੁੱਲ ਸੰਖਿਆਵਾਂ ਦੀ ਕਿੰਨੀ ਸੀ, ਕੁੱਲ ਪਰਿਣਾਮਾਂ ਦੀ ਗਿਣਤੀ ਸੀ ਸਾਡੇ ਕੋਲ 6। ਤਾਂ ਸਾਡੇ ਕੋਲ ਆਨਸਰ ਕਿੰਨਾ ਆ ਗਿਆ, ਇਹਨੂੰ ਅਸੀਂ ਕੱਟਾਂਗੇ ਤਾਂ ਕੈਂਸਲ ਆਊਟ ਕਰਾਂਗੇ, 1/3 ਆ। ਠੀਕ ਹੈ। ਹੁਣ ਉਹਨਾਂ ਨੇ ਸੈਕਿੰਡ ਪੁੱਛਿਆ ਸਾਡੇ ਕੋਲ, ਸੈਕਿੰਡ ਕੁਐਸਚਨ 'ਚ ਉਹਨਾਂ ਨੇ ਪੁੱਛਿਆ ਕਿ 5 ਤੋਂ ਵੱਡੀ ਸੰਖਿਆ। ਤਾਂ 5 ਤੋਂ ਵੱਡੀ ਸੰਖਿਆ ਦਾ ਭਾਵ ਕੀ ਹੈ, 5 ਤੋਂ ਵੱਡੀਆਂ ਕਿਹੜੀ ਸੰਖਿਆਵਾਂ ਹੁੰਦੀਆਂ ਡਾਈਸ ਦੇ ਉੱਪਰ, 5 ਤੋਂ ਵੱਡੀ ਇੱਕ ਹੀ ਸੰਖਿਆ ਹੈ 6, ਕਿਉਂਕਿ 5 ਤਾਂ ਆਪ ਹੀ ਬਰਾਬਰ ਹੈ 5 ਦੇ, 5 ਤਾਂ 5 ਦੇ ਬਰਾਬਰ ਆ ਗਿਆ, ਵੱਡਾ ਤਾਂ ਨਹੀਂ ਹੋਇਆ। ਤਾਂ 6 ਜਿਹੜਾ ਹੈ ਉਹ 5 ਤੋਂ ਵੱਡਾ ਹੈ, ਇਹ ਇੱਕ ਸੰਖਿਆ ਹੈ ਜੀ ਜਿਹੜੀ ਕਿ 5 ਤੋਂ ਵੱਡੀ ਹੈ। ਹੁਣ ਅਨੁਕੂਲ ਪਰਿਣਾਮਾਂ ਦੀ ਗਿਣਤੀ ਕਿੰਨੀ ਹੋਈ ਫਿਰ, ਅਨੁਕੂਲ ਪਰਿਣਾਮਾਂ ਦੀ ਗਿਣਤੀ, ਦੇਖੋ ਇੱਕ ਗਲਤੀ ਇਹ ਨਹੀਂ ਕਰਨੀ, ਇੱਥੇ 6 ਨਹੀਂ ਲਿਖ ਦੇਣਾ, ਕਿਉਂਕਿ ਬੱਚੇ ਕੀ ਕਰਦੇ ਆ ਤੇ 6 ਲਿਖ ਦਿੰਦੇ ਆ, ਪਰ ਗਿਣਤੀ ਤਾਂ ਇੱਕ ਹੀ ਹੈ ਨਾ, ਇੱਕ ਹੀ ਸੰਖਿਆ ਜਿਹੜੀ 5 ਤੋਂ ਵੱਡੀ ਹੈ, 6 ਤਾਂ ਨਹੀਂ ਹੈਗੀਆਂ, 6 ਤਾਂ ਉਹ ਆਪ ਸੰਖਿਆ ਦਾ ਨੰਬਰ ਹੈ, ਪਰ ਸੰਖਿਆ ਤਾਂ ਇੱਕ ਹੀ ਹੈ ਨਾ। ਠੀਕ ਹੈ। ਤਾਂ ਅਸੀਂ 6 ਨਹੀਂ ਲਿਖਣਾ, ਅਸੀਂ ਲਿਖਣਾ ਕੀ ਹੈ, ਇੱਕ ਸੰਖਿਆ ਹੈ ਜੀ ਜਿਹੜੀ 5 ਤੋਂ ਵੱਡੀ ਹੈ। ਤੇ ਕੁੱਲ ਪਰਿਣਾਮਾਂ ਦੀ ਗਿਣਤੀ ਕਿੰਨੀ ਹੈ ਸਾਡੇ ਕੋਲ, ਕੁੱਲ ਪਰਿਣਾਮਾਂ ਦੀ ਗਿਣਤੀ ਅੱਗੇ 1 2 3 4 5 6 ਟੋਟਲ ਸੰਖਿਆਵਾਂ 6 ਨੇ। ਤਾਂ ਸੇਮ ਅਸੀਂ ਕੀ ਕਰਾਂਗੇ, ਉਹੀ ਫਾਰਮੂਲਾ ਪੁੱਟ ਕਰਾਂਗੇ। ਠੀਕ ਹੈ ਜੀ। ਆਹੀ ਫਾਰਮੂਲਾ ਲਗਾਵਾਂਗੇ ਜਿਹੜਾ ਤੁਹਾਨੂੰ ਲਿਖਵਾਇਆ ਸੀ। ਠੀਕ। ਤੇ ਇਹਦੇ ਵਿੱਚ ਅਨੁਕੂਲ ਪਰਿਣਾਮਾਂ ਦੀ ਗਿਣਤੀ ਕਿੰਨੀ ਹੈ, 1 ਤੇ ਕੁੱਲ ਪਰਿਣਾਮਾਂ ਦੀ ਗਿਣਤੀ 6। ਤਾਂ ਸੈਕਿੰਡ ਪਾਰਟ ਦਾ ਆਨਸਰ ਸਾਡੇ ਕੋਲ ਕਿੰਨਾ ਆ ਗਿਆ, 1/6। ਠੀਕ ਹੈ। ਥਰਡ ਉਹਨਾਂ ਨੇ ਪੁੱਛਿਆ ਕਿ ਸੰਖਿਆ 4 ਹੋਵੇਗੀ। ਹੁਣ ਸੰਖਿਆ 4 ਕਿੰਨੀਆਂ ਨੇ, ਹੈ ਸੰਖਿਆ 4 ਤਾਂ ਇੱਕ ਹੀ ਹੈ। ਤਾਂ ਥਰਡ ਪਾਰਟ ਦੇ ਵਿੱਚ ਸੰਖਿਆ 4 ਦੀ ਗਿਣਤੀ
हुण संख्या 4 किन्नियां ने, किन्नी वारी आंदी है संख्या 4? एक बारी आंदी है। तो संख्या 4 की गिनती किन्नी है? 1 है। इत्थे 4 नहीं लिख देना, 4 गलत हो जाएगा। बच्चे की करते 4/6 कर देंगे, गलत है। ठीक है। तो अनुकूल कुल परिणामां की गिनती है किन्नी है? कुल परिणामां की गिनती डाइस दे विच 6 ही रहिंदी है। किन्नी है? 6। तो सेम आही फॉर्मूला लगावांगे। हाँ, फॉर्मूला तुसी हर वारी लिखना है यही वाला। ठीक है। ये नहीं लिखोगे तो थोड़ी जी मिसअंडरस्टैंडिंग रह जाती है एग्जामिनर नूं। ठीक है। तो 1/6 अनुकूल परिणामां की संख्या 1 सी, कुल परिणामां की संख्या कितनी है? 6। तो साडे कोल आंसर कितना आ गया? 1/6 आंसर आ गया। तो पहले पार्ट का जिहड़ा साडे कोल आंसर आया सी वो आया सी 1/3। दूसरे पार्ट का आंसर आया साडे कोल 1/6 ते तीसरे पार्ट का भी साडे कोल आंसर कितना आया है? 1/6। ये आंसर आ गए तीनों पार्ट्स के। ठीक है जी। कोई डाउट है तो तुसीं मैनूं कमेंट सैक्शन दे विच पुछ सकते हो। अगले क्वेश्चन ते चलते हैं। अगला क्वेश्चन है सैकेंड, कहंदे एक थैले विच कोई थैला है अपने कोल इस तरीके नाल। ठीक है। उहदे विच 7 हरियां 1 2 3 4 5 6 7 हरियां गेंदा ने ते 5 लाल गेंदा ने। 1 2 3 4 5 लाल गेंदा ने। ठीक है। जेकर एक गेंद नूं बिना वेखे कड्डिया जाए, हुण शफल हो गया। ठीक है, मिक्स हो गई सारियां, तो संभावना पता करो कि हरी गेंद है। तुहाडे कोल एक थैला है, उहदे विच तुसीं हरियां ते लाल गेंदा पाईयां होईयां ने। ठीक है। तुसीं चाहते हो कि उहदे विचों बिना वेखे तुसीं कोई गेंद निकाली है। ठीक है। तो पता करो कि हरी गेंद की संभावना कितनी है निकलन की। हुण इहदे च असीं की करांगे? उही अनुकूल परिणामां की संख्या, अनुकूल परिणामां की संख्या कितनी है? अनुकूल परिणाम हुण हरी गेंद लई कितने ने? 1 2 3 4 5 6 7 अनुकूल परिणाम ने। ते कुल परिणाम कितने ने? कुल परिणामां की संख्या कितनी है? कुल तो सारे ही हो गए ना, सारे कितने ने? 7 ते 5 12। तो असीं की लिखांगे? सेम वही फॉर्मूला ये असीं फॉर्मूला लगावांगे। अनुकूल परिणामां की संख्या कितनी सी? 7 ते कुल परिणामां की संख्या 12। 7/12 कैंसल आउट फर्दर नहीं होंदा, तो 7/12 साडे कोल आंसर आ गया। ठीक है जी। हुण सैकेंड पार्ट दे लई की है साडे कोल? अनुकूल परिणामां की, उन्होंने क्या लाल गेंद होवे। ठीक है। तो अनुकूल परिणामां की संख्या कितनी है? हुण लाल गेंदा कितनियां ने? 1 2 3 4 5 लाल गेंदा ने, तो उन्हां दी संख्या लिखांगे असीं। ते कुल परिणामां की संख्या कितनी लिखांगे? एक क्वेश्चन दे लई कुल परिणामां की संख्या सेम रहिंदी है, 12 आ गई। तो सेम वही फॉर्मूला असीं इत्थे पुट करांगे। ठीक है। आ फॉर्मूला लगाया असीं। हाँ जी। तो अनुकूल परिणामां की संख्या कितनी है? 5 ते कुल परिणामां की संख्या कितनी है? 12। कैंसल आउट नहीं होंदा, तो 5/12 साडे कोल आंसर आ गया। तो की आया? फस्ट क्वेश्चन के लिए 7/12, सैकेंड क्वेश्चन के लिए 5/12। ये साडे दोवें क्वेश्चन सॉल्व हो। ठीक। नैक्सट क्वेश्चन तो चलते हैं जी। अगला क्वेश्चन की है कि एक थैले विच 5 नीले, थैला बना लेने पहला असीं, थोड़ी जी क्लैरिटी आ जाती है। ठीक है। तो एक थैले दे विच 5 नीले बंटे ने। 1 2 3 4 ते 5 नीले बंटे हो गए। 8 हरे बंटे ने। 1 2 3 4 5 6 7 8 हरे बंटे हैं। ठीक है। 4 लाल बंटे हैं। 1 2 3 4 लाल बंटे हैं ते 7 पीले रंग के बंटे हैं। ठीक है। 1 2 3 4 5 6 7। ठीक है। हुण देखो मिक्स पे है, मिक्स पे ने, तो कुल परिणामां की संख्या कितनी होगी? कुल बंटियां की या कुल परिणामां की संख्या, कुल बंटियां की संख्या
कितनी है साढ़े कोल कुल बंटियां की संख्या। इन्होंने असीं टोटल करांगे 8 ते 5 13, 13 ते 4 17, 17 ते 7 24। तो 24 साढ़े कोल कुल बंटे। ठीक है, एक कुल परिणामों की गिनती आ गई। हुण असीं क्वेश्चन वाइज चलते हैं। पहला क्वेश्चन है नीला बंटा होया, इहदे शफल करके तुसीं एक बंटा निकालना है। तो उन्होंने पूछे की संभावना है कि नीला बंटा होवे, तो नीले बंटियां की संख्या कितनी है। नीले बंटियां की संख्या कितनी है, किन्ने बंटे सी नीले 5 नीले बंटे सी साडे कोल। ठीक है, तो आपां उही सेम असी की करांगे, फॉर्मूला लगावांगे पी बराबर अनुकूल परिणामां की संख्या बटा कुल परिणामां की संख्या। तो अनुकूल परिणाम किन्ने है 5 ते कुल परिणाम किन्ने है 24। तो साडे कोल आंसर कितना आ गया 5 बटा 24, क्योंकि फर्दर कैंसल आउट नहीं होंदा। सैकेंड क्वेश्चन दे लई उन्होंने पूछे कि हरा बंटा होवे। हरे बंटे किन्ने सी अपने कोल 8 हरे बंटे सी। तो पहला लिखांगे हरे बंटियां दी संख्या। हरे बंटे किन्ने अपने कोल 8 ते कुल परिणामां की गिनती आप पहले ही लिख ली 24। कुल परिणामां की गिनती मैं पहला भी दस्सिया कि सारे क्वेश्चन के लिए सेम ही रहिंदी है। एक क्वेश्चन के जिन्ने भी क्वेश्चन है उन्होंने सेम ही रहिंदी। ठीक है, तो सेम असी उही फॉर्मूला इत्थे पुट करांगे, फॉर्मूला लगावांगे ये वाला। ठीक है, तो नाल की करांगे 8 बटा 24, ये कैंसल आउट हो जाएगा 1/3, ये आंसर आ जाएगा। ठीक है, उस तो बाद है अगला क्वेश्चन उन्होंने पूछा कि एक लाल बंटा होवे। लाल बंटियां की संख्या साडे कोल कितनी सी 4 सी। ठीक है, तो थर्ड क्वेश्चन दे विच उन्होंने आपां लिखांगे लाल बंटियां की संख्या। चार। ठीक है, सेम फॉर्मूला पुट करांगे, आही फॉर्मूला लगावांगे तो साडे कोल पी ई कितना आ जाएगा। तुसी पूरा लिखना है फॉर्मूला, मैं बहुत बारी लिख चुकी हूँ इस करके डायरैक्ट कर रही हूँ। 4 बटा 24 कैंसल आउट हो जाएगा 1 बटा 6, ये साडे कोल आंसर आ जाए। ठीक है, अगे है उन्होंने पूछा कि पीला बंटा होवे। फोर्थ है पीला बंटा होवे, तो पीले बंटियां की संख्या साडे कोल कितनी सी 7 सी। असी की लिखांगे पीले बंटियां की संख्या कितनी है 7। ठीक है, तो पी ई कितना आ जाएगा फिर पीले बंटियां का 7 बटा 24, ये आंसर आ गया। हाँ जी, अगला क्वेश्चन है साडे कोल कि नीला बंटा ना होवे। ठीक है, तो अगे असी किता सी कि साडे कोल होवे ना होवे वाली कंडीशन साडे कोल नहीं आई सी। इनू करन दे 2 तरीके है। ठीक है, इनू मैं 2 तरीके नाल करावांगी, वे 1 ते वे 2। तुसीं जिहदे मर्जी नाल कर लिया जे तरीका, पहला तरीका दूजा। ठीक है, तो पहला तरीका की है, ऐसे तरीके नाल आपां कर लीए कि अनुकूलित परिणामां की संख्या। ठीक है, हुण इहदे च अनुकूलित परिणाम की है। अनुकूलित परिणाम ये है कि नीला बंटा ना होवे, नीले तो इलावा सारे होण। नीले किन्ने सी 5 सी, 1 2 3 4 4 ते 5 ते 24 टोटल सी। 24 दे विचों 5 जी असीं निकाल दईए यानी कि 19, तो अनुकूलित परिणाम किन्ने होणगे 19। ठीक है, तो कुल परिणाम तो ही है, यही फॉर्मूला असीं दोबारा इहदे च पुट कर देंगे। ठीक है, तो साडे कोल की आ जाएगा 19 अनुकूलित परिणाम सी ते 24 की सी साडे कोल कुल परिणाम सी। तो ये आ गया। या फिर एक तरीका होर की है कि नीले बंटे कड्ढण की असीं संभावना निकाली सी, ये वाली ये नीले बंटे होने की संभावना सी। ठीक है, तो असीं लिखांगे नीले बंटे के निकलण की संभावना। कितनी सी आप निकाली सी 5 बटा 24। ठीक है,
ਤੇ ਨੀਲੇ ਬੰਟੇ ਦੇ ਨਾ ਨਿਕਲਣ ਦੀ ਸੰਭਾਵਨਾ ਕੀ ਹੋਏਗੀ? ਜੇ ਕਿਸੇ परिणाम ਦੇ ਆਉਣ ਦੀ ਸੰਭਾਵਨਾ ਜਿੰਨੀ ਹੈ ਤੇ ਨਾ ਨਿਕਲਣ ਦੀ ਸੰਭਾਵਨਾ ਕਿੰਨੀ ਹੁੰਦੀ ਹੈ? 1 ਮਾਈਨਸ ਜਿੰਨੀ ਆਉਣ ਦੀ ਸੰਭਾਵਨਾ ਹੈ, 1 ਮਾਈਨਸ 5/24 ਇਹਨੂੰ ਲਿਖਾਂਗੇ। ਠੀਕ ਹੈ, ਤਾਂ ਇਹਨੂੰ ਲਘੁੱਤਮ ਲਵਾਂਗੇ ਤਾਂ ਸਾਡੇ ਕੋਲ 24 ਆ ਗਿਆ। 24 ਮਾਈਨਸ 5 ਬਰਾਬਰ 19/24। ਤਾਂ ਦੇਖੋ ਸੇਮ ਆਇਆ। ਇਸ ਤਰੀਕੇ ਨਾਲ ਵੀ ਨਿਕਾਲ ਸਕਦੇ ਹਾਂ ਜਾਂ ਅਸੀਂ ਇਸ ਤਰੀਕੇ ਨਾਲ ਵੀ ਇਸ ਨੂੰ ਹੱਲ ਕਰ ਸਕਦੇ ਹਾਂ। ਠੀਕ ਹੈ ਜੀ। ठीक है, सेम ऐसे तरीके नाल अगला क्वेश्चन है कि लाल बंटा ना होवे। ये तुहाडे लई छड्ड रही है, ये वाला पार्ट तुसी बिल्कुल एवें करके देखना है। लाल बंटा ना होवे इहदे लई असीं की करांगे कि बाकी लाल बंटियां नूं छड्ड के बाकी बंटे गिन लांगे। टोटल 24 सी, तो 24 विचों लाल बंटे किन्ने सी? 4। 24 विचों 4 गए 20, तो 20/24 आ जाएगा। या होर किस तरीके नाल निकाल सकते हैं? लाल बंटे निकालने की संभावना ये वेखी सी असीं, तो इसनों एक विचों माइनस करके भी असीं आंसर निकाल सकते हैं। ठीक है जी, ये पार्ट मैं तुहाडे लई छड्ड रही हूँ। अगले 4th क्वेश्चन है कि एक क्लास विच 15 लड़कियां अते 12 लड़के हैं। ठीक है, तो लड़कियां की संख्या कितनी है? कुल बच्चों की संख्या कितनी है? चलो क्वेश्चन पहला पूरा एडिट करते हैं। एक क्लास में 15 लड़कियां ते 12 लड़के हैं। जेकर एक विद्यार्थी नूं जमात मोनीटर चुनिया जाना है तो संभावना पता करो कि मोनीटर एक लड़का होएगा या लड़की होई। ठीक है, दोवां दी संभावना असीं पता करनी है। तो इसदा मतलब की है? कुल परिणाम किन्ने होणगे? इन्हां दोवां दा जोड़ होएगा, जिन्ने लड़कियां ते जिन्ने लड़के है। तो असीं लिखांगे कुल परिणामां दी संख्या। कुल परिणामां दी संख्या कितनी है? 15 + 12। ठीक है जी, 27। ते लड़के किन्ने ने? पहला असीं पहला क्वेश्चन ते आने कि लड़का होवेगा, तो असीं लिखांगे लड़कियां दी संख्या। ठीक है, रैंडम नहीं उन्होंने चुनना है मोनीटर कि उन्होंने कहा कि 27 विचों की चांस है कि मोनीटर लड़का होएगा। तो लड़के किन्ने ने साडे कोल? 12। ये अनुकूलित परिणाम हो गए। ठीक है, तो कुल परिणाम किन्ने साडे कोल? 27। असी फॉर्मूला पुट करांगे सेम आ वाला। ये फॉर्मूला ही हर थां ते मतलब काम आना है तुहाडे। तो कितना आ गया? 12/27। ये साडे कोल आंसर आ गया। ठीक है, 12/27। ठीक, अगला पार्ट है दा कि लड़की होएगी, तो आप लड़कियां दी संख्या लिखांगे। हुण अनुकूलित परिणाम लड़कियां दे उपर आएंगे। लड़कियां दी संख्या, लड़कियां दी संख्या कितनी है? आपने दिता सी 15 लड़कियां हैं। ठीक है, तो कुल परिणामां दी संख्या 27 है। सेम आही वाला फॉर्मूला पुट करांगे इत्थे। ठीक है, तो असी लिख दांगे कितना आ गया? अनुकूलित परिणाम किन्ने सी? जिन्ने लड़कियां सी 15/27। तो साडे कोल ये आंसर। ठीक है, ईजी क्वेश्चन है बिल्कुल। अगे 5वें क्वेश्चन ते चलते हैं। कहते जेकर अंग्रेजी वर्णमाला विचों एक वर्ण चुनिया जाए। वर्णमाला की हुंदी है? आप लिखते हैं, लिख लैंने आप अंग्रेजी वर्णमाला। वैसे तो सारिਆਂ ਨੂੰ पता ही है ABCD, ABCDEFGHILMNOPQRSTUVWXYNZ। ठीक है, ये अपने को अंग्रेजी वर्णमाला हुंदी है। ठीक है, तो उन्होंने कहा कि संभावना पता करो कि ये एक स्वर होएगा। दूजे क्वेश्चन पूछा कि व्यंजन होएगा। ठीक है, तो स्वर किन्ने ने अंग्रेजी वर्णमाला दे विच? A, E, I, O ते U।
5 स्वर ने टोटल 26 ਇਹਦੇ 'ਚ ਅਲਫਾਬੈਟਸ ਹੁੰਦੇ ਆ, ठीक है। तो स्वर होंगे 5 तो बाकी किन्ने बच्चे 21 व्यंजन, ठीक है। 21 व्यंजन ने 5 स्वर ने। तो बिल्कुल हुण आपां की करांगे, पहले क्वेश्चन दे विच अनुकूलित परिणामां दी संख्या कितनी होएगी 5, क्योंकि स्वर दा पुछया। तो पहला आपां लिख लैंदे कुल परिणामां दी संख्या, कुल परिणामां दी संख्या कितनी है, कुल परिणामां दी संख्या कितने अखर ने टोटल ये 26 लैटर्स है, ठीक है। उहदे विचों पहला क्वेश्चन है कि स्वर होएगा, स्वरां दी संख्या, स्वरां दी संख्या कितनी हुंदी है, आपां हुणे कीता सी 5 हुंदी है, ठीक है जी। ते उस तो बाद आपां सेम उही फॉर्मूला लगावांगे आ वाला अनुकूलित परिणामां दी संख्या वाला। तो अनुकूलित परिणाम कितने ने 5 तो कुल परिणाम कितने ने 26। तो ये अपने को फर्स्ट क्वेश्चन सॉल्व हो। सैकेंड पार्ट दे विच उन्होंने पूछा है कि व्यंजन होएगा, हुण व्यंजना की संख्या कितनी है, 26 विचों 5 तो स्वर निकल गए, व्यंजन कितने रह गए 21, व्यंजना की संख्या कितनी है 21। ठीक है, तो सेम फॉर्मूला लगावांगे आपां, ठीक है। तो की आ जाएगा अनुकूलित परिणामां की संख्या कितनी है 21, किन्नियां विचों टोटल 26 विचों। तो ये अपने को आंसर आ गया, फर्दर नहीं कट्टिया जा रहा, ये दो अपने को आंसर आ लोड़ींदे, ठीक है जी, सॉल्व हो गया। चलते हैं नैक्सट क्वेश्चन के उत्ते। 6वां क्वेश्चन है, कहंदा हेठां दित्ते समतल चित्रां नूं बराबर भागों में वंडिया गया है, ठीक है। एक कोई समतल चित्र दिते आपां नूं, इन्हां नूं बराबर भागों दे विच वंडिया इन्हां ने। कहंदे जेकर एक भाग नूं अड़चनचे चुनिया जाए, मान लो मैं अख बंद करके किसी ते भी निशान लानी हाँ, ठीक है, मान लो ये ते लाता, तो की संभावना है कि चुनिया जाने वाला खेतर छायांकित होएगा, भाव रंगिया होया होएगा, या गैर छायांकित होएगा, भाव बिना रंगिया होएगा, ठीक है। तो आपां ये सोल्यूशन निकालने इन्हां दे, आपां निकाल गए, ठीक है जी। तब फर्स्ट क्वेश्चन है, पहला वाला लेने पहले क्वेश्चन दे विच, पहले क्वेश्चन दे विच कुल परिणामां दी गिनती कितनी है, कुल परिणामां दी गिनती सॉरी कुल तो सारे ही लेने हैं, कुल कितने हिस्से हैं 1 2 3 4 5 6 7 ते 8 हिस्से टोटल, ठीक है। उहदे विचों हुण छाया अंकित हिस्सा कितना है, छायांकित कितने ने 1 2 3 4 5 हिस्से छायांकित है, तो गैर छायांकित कितने ने, गैर छायांकित 3 ने। तो छाया अंकित भाग आउण की संभावना पहला है ए पार्ट का सी, ठीक है। पहला है छाया अंकित संभावना। तो आप केड़ा फॉर्मूला लगावांगे, जिहड़ा आप हमेशा ही लगाते आ रहे हैं इस एक्सरसाइज दे विच, ये वाला, ठीक है। ठीक, तो छायांकित अनुकूलित परिणाम कितने ने, छायांकित भाग दे 5, कुल परिणाम कितने 8, तो 5/8 आ गया। तो गैर छायांकित जो गल करांगे, गैर छायांकित भाग आउण दी संभावना,
ਤਾਂ ਕੀ ਲਿਖਾਂਗੇ ਅਸੀਂ, ਕਿੰਨੇ ਹੈ 3 ਬਟਾ 8, 3 ਸੀ ਨਾ ਗੈਰ 6 ਅੰਕਿਤ, ਤੇ 3 ਬਟਾ 8 ਸਿੱਧਾ ਆਨਸਰ ਆ ਗਿਆ। ਸੇਮ ਐਸੇ ਵੇ ਨਾਲ ਬੀ ਪਾਰਟ ਕਰਨਾ ਹੈ, ਸੇਮ ਐਸੇ ਤਰੀਕੇ ਨਾਲ ਸੀ ਪਾਰਟ ਕਰਨਾ ਹੈ। ਇਹਦੇ ਵਿੱਚ ਟੋਟਲ ਪਰਿਣਾਮ ਕਿੰਨੇ ਹੋ ਜਾਣਗੇ, 1 2 3 4 5 30 15 ਟੋਟਲ ਹੋ ਜਾਣਗੇ। ਠੀਕ ਹੈ, ਉਹਦੇ ਵਿੱਚ ਤੁਸੀਂ ਛਾयांਕਿਤ ਦਾ ਵੀ ਇਸ ਤਰੀਕੇ ਨਾਲ ਕਰਨਾ ਹੈ ਤੇ ਗੈਰ ਛਾयांਕਿਤ ਦਾ ਵੀ ਇਸ ਤਰੀਕੇ ਨਾਲ ਕਰਨਾ ਹੈ। ਸੀ ਪਾਰਟ ਦੇ ਵਿੱਚ ਟੋਟਲ ਭਾਗ ਕਿੰਨੇ ਨੇ, 1 2 3 4 5 6 7 8 9, 9 ਪਾਰਟ ਨੇ। ਕੁੱਲ ਪਰਿਣਾਮਾਂ ਦੀ ਗਿਣਤੀ 9 ਹੋ ਜਾਏਗੀ। ਉਸੇ ਤਰੀਕੇ ਨਾਲ ਤੁਸੀਂ ਛਾयांਕਿਤ ਤੇ ਗੈਰ ਛਾयांਕਿਤ ਭਾਗ ਨਿਕਾਲ ਲੈਣੇ ਆ। ਇਹ ਮੈਂ ਤੁਹਾਡੇ ਲਈ ਛੱਡ ਰਹੀ ਹਾਂ ਦੋਵੇਂ ਕੁਐਸਚਨ, ਥੋੜਾ ਜਿਹਾ ਆਈਡੀਆ ਮੈਂ ਦੇ ਦਿੱਤਾ ਹੈ। ਜੇ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਠੀਕ ਹੈ ਜੀ, ਅੱਗੇ ਚਲਦੇ ਹਾਂ 7th ਕੁਐਸਚਨ ਦੇ ਉੱਪਰ। ਕਹਿੰਦੇ 25 ਕਾਰਡ ਜਿਨ੍ਹਾਂ ਉੱਪਰ 1 2 3 4 ਇਸ ਤਰੀਕੇ ਨਾਲ 25 ਤੱਕ ਸੰਖਿਆਵਾਂ ਇੱਕ ਬਕਸੇ ਵਿੱਚ ਪਾਇਆ ਗਿਆ ਹੈ। ਕੋਈ ਬਕਸਾ ਹੈ, ਉਹਦੇ ਵਿੱਚ 25 ਕਾਰਡ ਪਾਏ ਗਏ ਨੇ, ਐਵੇਂ 1 2 3 4 5 ਇਸ ਤਰੀਕੇ ਨਾਲ 25 ਕੁ ਕਾਰਡ ਪਾਏ ਹੋਏ ਆ। ਉਹਨਾਂ ਦੇ ਨੰਬਰ ਲਿਖੇ ਹੋਏ ਆ 1 2 3 4 5 6 ਇਸ ਤਰੀਕੇ ਨਾਲ 25 ਤੱਕ ਨੰਬਰ ਲਿਖੇ ਹੋਏ ਆ। ਠੀਕ ਹੈ, ਹੁਣ ਇਹਨਾਂ ਨੂੰ ਸ਼ਫਲ ਕਰ ਦਿੱਤਾ, ਮਤਲਬ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਰਲਾ ਦਿੰਦੇ ਕਿਸੇ ਚੀਜ਼ ਨੂੰ, ਉਵੇਂ ਰਲਾ ਦਿੱਤਾ ਗਿਆ। ਜੇਕਰ ਇੱਕ ਵਿਅਕਤੀ ਨੇ ਬਕਸੇ ਵਿੱਚੋਂ ਇੱਕ ਕਾਰਡ ਕੱਢੇ, ਬਿਨਾਂ ਵੇਖੇ ਕਾਰਡ ਕੱਢੇ, ਤਾਂ ਉਹਦੀ ਸੰਭਾਵਨਾ ਦੱਸਣੀ ਹੈ ਆਪਾਂ ਕਿੰਨੀ ਹੋਏਗੀ। ਠੀਕ ਹੈ, ਤਾਂ ਕੁੱਲ ਪਰਿਣਾਮਾਂ ਦੀ ਸੰਖਿਆ ਕਿੰਨੀ ਹੈ, ਕੌਣ ਦੱਸੇਗਾ? ਕੁੱਲ ਪਰਿਣਾਮਾਂ ਦੀ ਸੰਖਿਆ ਕਿੰਨੀ ਹੈ? 1 ਹੈ, 25 ਹੈ। ਠੀਕ ਹੈ, ਤਾਂ ਆਪਾਂ ਲਿਖਾਂਗੇ ਕੁੱਲ ਪਰਿਣਾਮਾਂ ਦੀ ਸੰਖਿਆ ਤਾਂ 25 ਹੈ, ਜਿੰਨੇ ਲਿਖੇ ਕਾਰਡ ਹੈਗੇ ਨੇ ਆਪਾਂ ਕੋਲ। ਕੁੱਲ ਪਰਿਣਾਮਾਂ ਦੀ ਸੰਖਿਆ ਕਿੰਨੀ ਹੈ? 25। ਇਹ ਤਾਂ ਆਪਾਂ ਸਟਾਰਟਿੰਗ 'ਚ ਲਿਖ ਹੀ ਲੈਣਾ ਹੈ। ਤਾਂ ਪਹਿਲਾ ਕੁਐਸਚਨ ਉਹਨਾਂ ਨੇ ਪੁੱਛਿਆ ਕਿ ਟਾਂਕ ਸੰਖਿਆ ਹੋਵੇ। ਹੁਣ ਟਾਂਕ ਸੰਖਿਆਵਾਂ ਕਿਹੜੀਆਂ ਹੁੰਦੀਆਂ, ਜਿਹੜੀ 2 ਨਾਲ ਭਾਗ ਨਹੀਂ ਹੁੰਦੀਆਂ? ਕਿਹੜੀ ਕਿਹੜੀ ਆਉਣਗੀਆਂ? नौ 11 13 15 17 19 21 23 ਤੇ 25। ਕਿੰਨੀਆਂ ਟਾਂਕ ਸੰਖਿਆਵਾਂ? 1 2 3 4 5 6 7 8 9 10 11 12 13। ਤਾਂ ਟਾਂਕ ਸੰਖਿਆਵਾਂ ਦੀ ਸੰਖਿਆ ਕਿੰਨੀ ਹੈ? ਟਾਂਕ ਸੰਖਿਆਵਾਂ ਦੀ ਸੰਖਿਆ ਕਿੰਨੀ ਹੈ? 13। ਤੇ ਫਿਰ ਉਹੀ ਆਪਾਂ ਫਾਰਮੂਲਾ ਲਗਾਵਾਂਗੇ ਆ ਵਾਲਾ। ਠੀਕ ਹੈ, ਤਾਂ ਅਨੁਕੂਲਿਤ परिणाम ਕਿੰਨੇ ਨੇ? 13। ਕੁੱਲ परिणाम ਕਿੰਨੇ ਹੈ? 25। ਠੀਕ ਹੈ, ਠੀਕ ਹੈ। ਤਾਂ ਆਪਣੇ ਕੋਲ ਫਸਟ ਕੁਐਸਚਨ ਦਾ ਇਹਦਾ ਆਨਸਰ ਇਹ ਵਾਲਾ ਆ ਗਿਆ। ਐਸੇ ਤਰੀਕੇ ਨਾਲ ਜਿਸਤ ਸੰਖਿਆਵਾਂ, ਦੇਖੋ 25 ਵਿੱਚੋਂ ਜੇਕਰ 13 ਟਾਂਕ ਸੰਖਿਆਵਾਂ ਹੈ ਤਾਂ ਜਿਸਤ ਸੰਖਿਆਵਾਂ ਦੀ ਸੰਖਿਆ ਕਿੰਨੀ ਹੋਏਗੀ? 25 ਵਿੱਚੋਂ ਅਸੀਂ 13 ਘਟਾ ਦਈਏ, ਜਾਂ ਆਪਾਂ ਨੋਟ ਕਰਕੇ ਉਵੇਂ ਵੇਖ ਸਕਦੇ ਹਾਂ। ਸੰਖਿਆ ਜੇਕਰ 13 ਟਾਂਕ ਸੰਖਿਆਵਾਂ ਹੈ ਤਾਂ 12 ਆਪਣੇ ਕੋਲ ਰਹਿ ਗਈਆਂ ਜਿਸਤ ਸੰਖਿਆਵਾਂ। ਤਾਂ ਸੇਮ ਫਾਰਮੂਲਾ ਅਸੀਂ ਲਗਾਵਾਂਗੇ, ਅਨੁਕੂਲਿਤ परिणामां ਦੀ ਸੰਖਿਆ ਬਰਾਬਰ ਬਟਾ ਕੁੱਲ परिणामां ਦੀ ਸੰਖਿਆ। ਠੀਕ ਹੈ, ਤੇ 12 ਅਨੁਕੂਲਿਤ परिणाम ਸੀ, ਕੁੱਲ परिणाम ਕਿੰਨੇ ਸੀ? 25। ਤਾਂ ਆਪਣੇ ਕੋਲ 12 ਬਟਾ 25 ਆਨਸਰ ਆ। ਠੀਕ ਹੈ, ਉਸ ਤੋਂ ਬਾਅਦ ਤੀਜਾ ਕੁਐਸਚਨ ਉਹਨਾਂ ਨੇ ਪੁੱਛਿਆ ਹੈ ਕਿ 5 ਨਾਲ ਵੰਡੀ ਜਾਣ ਵਾਲੀ ਸੰਖਿਆ। ਹੁਣ 5 ਨਾਲ ਵੰਡੀ ਜਾਣ ਵਾਲੀ ਸੰਖਿਆ ਕਿਹੜੀ ਹੈ? 5 ਨਾਲ ਵੰਡੀ ਜਾਣ ਵਾਲੀ ਸੰਖਿਆਵਾਂ 1 ਤੋਂ ਲੈ ਕੇ 25 ਤੱਕ ਕਿਹੜੀਆਂ ਕਿਹੜੀਆਂ ਹੋਣਗੀਆਂ? 5 10 15 20 ਤੇ 25। ਇਹ 5 ਨਾਲ ਵੰਡੀਆਂ ਜਾਣ ਵਾਲੀ ਸੰਖਿਆਵਾਂ ਹੋਣਗੀਆਂ। ਤਾਂ ਅਨੁਕੂਲਿਤ परिणामां ਦੀ ਸੰਖਿਆ ਕਿੰਨੀ ਹੋਗੀ? ਕਿੰਨੀ ਆ ਗਈ ਅਨੁਕੂਲਿਤ परिणामां ਦੀ ਸੰਖਿਆ? 5। ਤੇ ਆਪਣਾ ਉਹੀ ਆਪਾਂ ਇਹ ਵਾਲਾ ਫਾਰਮੂਲਾ ਅਗੇਨ ਅਪਲਾਈ ਕਰਾਂਗੇ। ਠੀਕ ਹੈ, ਇਹ ਆ ਜਾਏਗਾ ਆਪਣੇ ਕੋਲ 5 ਬਟਾ ਕੁੱਲ परिणामां ਦੀ ਸੰਖਿਆ ਕਿੰਨੀ ਸੀ? 25। ਕੈਂਸਲ ਆਊਟ ਕਰਾਂਗੇ 5 ਦੇ ਟੇਬਲ ਤੇ ਤਾਂ 1 ਬਟਾ 5 ਆ ਜਾਏਗਾ, ਯਾਨੀ ਕਿ 5ਵਾਂ ਹਿੱਸਾ ਸੰਭਾਵਨਾ ਹੈ ਕਿ ਉਹਦੇ ਵਿੱਚੋਂ ਸਾਡੇ ਕੋਲ ਇਹ ਜਿਹੀ ਸੰਖਿਆ ਨਿਕਲੇਗੀ ਜਿਹੜੀ 5 ਨਾਲ ਵੰਡੀ ਜਾ ਸਕਦੀ ਹੈ। ਅੱਗੇ ਇੱਕ ਅਭਾਜ ਸੰਖਿਆ। ਹੁਣ ਅਭਾਜ ਸੰਖਿਆਵਾਂ ਕਿਹੜੀਆਂ ਕਿਹੜੀਆਂ ਹੁੰਦੀਆਂ? ਅਭਾਜ ਸੰਖਿਆਵਾਂ 2 3
5 7 11 13 17 19 23। ठीक है, आ बात संख्यावां तो किन्ने हो गए 1 2 3 4 5 6 7 8 9 संख्यावां है जी जी आबाद संख्यावां। तो अनुकूलित परिणामां दी गिनती किन्नी आ गई किन्नी है 9। तो सेम फॉर्मूला अप्लाई करांगे। ये फॉर्मूला तो हुण तुहानूं रटिया जाना चाहिए जिन्नी वारी आपां यूज़ कर लिया। कितना आ गया अनुकूलित परिणामां की गिनती सी 9, कुल संख्यावां की गिनती सी 25। तो 9/25 अपने को आंसर आ गया। आई थिंक बहुत ईजी एक्सरसाइज है, हुण तक आपां जिन्नियां कीतियां उहदे विच सब तो ज़्यादा ईजी यही एक्सरसाइज है। ठीक है, अगे आगे बहुविकल्पी प्रश्न ये वेखते हैं। कहते एक सिक्के नूं उछालन ते चित्त आउण दी संभावना। देखो सिक्का हुंदा है, उहदे दो पहलू हुंदे। जदों तुसीं सिक्के नूं उछालदे हो ना, दो तरह के आंदे। एक पासे तो इस तरीके नाल अपने कोल शेर दा चिन्ह हुंदा है जिहदे पासे, एक पासे इस तरीके नाल लिखिया हुंदा है। एक दा सिक्का है तो एक लिखिया होएगा, दो दा सिक्का है तो दो लिखे होएंगे। यानी कि किन्ने पहलू है 2, यानी कि कुल परिणामां दी संख्या कितनी है अपने कोल 2। ठीक है, जे इस फॉर्मूले दे विच लगाईए असीं तो कुल परिणामां दी संख्या कितनी है 2। ये तो थल्ले आ गई। चित्त आउण दी संभावना, इसनूं असीं कहने आ चित्त, सॉरी, जिस पासे लिखिया हुंदा है नंबर उसनूं असीं कहने आ चित्त, ते दूजे पासे नूं असीं कहने आ पट। ठीक है, चित्त ते पट। ते चित्त कितनी वारी हैगा, एक वारी आएगा, दो विचों इक्को वारी आ सकता है। तो अनुकूलित परिणाम कितने होंगे 1, 1/2 इहदा आंसर आ जाएगा, यानी कि डी ऑप्शन। ठीक है जी, नैक्सट है दूजा क्वेश्चन। कहते एक पासे नूं सुट्टण ते जिस्त संख्या आउण दी संभावना। एक जिहड़ा पासा हुंदा है डाइस हुंदा है जिहड़ा कि इस तरीके नाल बना हुंदा है। ठीक है, उहदे उपर 6 तक नंबर हुंदे हैं, 1 2 3 4 5 6 तक नंबर बने हुंदे हैं। तो उहदे विच जिस्त संख्यावां टोटल नंबर किन्ने हो गए 6। ठीक है, तो जिस्त संख्यावां किन्नियां ने, जिस्त 1 2 है, 4 है तो 6 है, 3 जिस्त संख्यावां ने। तो सेम आई फॉर्मूला लगावांगे असी, अनुकूलित परिणामां दी संख्या बटा कुल परिणामां दी संख्या। 3 अनुकूलित है तो कुल किन्ने है 6। तो कैंसल आउट करांगे, 3 दे टेबल देता 1/2, यानी कि अद्धा हिस्सा संभावना है कि साडे कोल कि साडे कोल की आएगा एक जिस्त संख्या। ठीक है, 1/2। अंग्रेजी वर्णमाला के एक स्वर विच चुने जाने वाले स्वर चुने जाने की संभावना। ये तो आप हुणे ही करके आए हैं जस्ट एक क्वेश्चन कि 5/26 है, पिछे आप क्वेश्चन किया है, बी ऑप्शन आ जाएगी यदि। कहते हेठां लिखियां विचों किहड़ा बेतरतीब प्रयोग है, भी जिहदा कोई है नहीं, रैंडमली आप चुनते हैं। पासे का सुटना, देखो आप पासे नूं सुटते हैं कि जरूरी नहीं अपने को चित्ती आएगा, पट आएगा, कुछ भी आ सकता है। सिक्के का उछालना, सॉरी सिक्के का उछालना चित्तपट वाला, पासे का सुटना 1 2 3 4 5 6 कुछ भी आ सकता है। ठीक है, एक जार विच बंटे नूं चुनना, बंटियां वाला आप हुणे क्वेश्चन किया है, आप कोई भी चुन सकते हैं। तो अपने को ऑप्शन किहड़ी आ जाएगी बेतरतीब, यानी कि रैंडम वाला किहड़ा है सारे। तो उपरोक्त सारे ही रैंडम प्रयोग है, ये कोई नहीं है कि आप किसी एक दे आउण दी संभावना ज़्यादा है, एवं नहीं है। ठीक है, कुछ भी आ सकता है। ठीक, अगला है अपने कोल एक थैले विच 10 नीलियां गेंदां हन, थैले विचों लाल गेंद मिलन की संभावना कितनी है। हुण जिहड़े थैले विचों जिहड़े थैले दे विच एक थैला है, उहदे विच जदों हैगियां ही सारी नीलियां गेंदां है, जदों है ही सारिया नीलियां गेंदां, ठीक है, लाल है ही नहीं। जदों लाल है ही नहीं तो निकलेगा कि, निकलन की संभावना तो है ही नहीं, तो उसकी संभावना कितनी आ जाएगी 0। ठीक है, जदों कोई चीज़ नहीं है तो उसकी निकलन की संभावना या आउण की संभावना कितनी हो जाती है 0 हो जाती है। ठीक है, तो एक क्वेश्चन ये ही मैं तुहाडे कोल पुट करना चाहती हाँ कि जेकर सारी दी सारी नीलियां गेंदां ने
ਤਾਂ ਨੀਲੀ ਗੇਂਦ ਨਿਕਲਣ ਦੀ ਸੰਭਾਵਨਾ ਕਿੰਨੀ ਹੈ? ਤਾਂ ਨੀਲੀ ਗੇਂਦ ਨਿਕਲਣ ਦੀ ਸੰਭਾਵਨਾ ਪੂਰੀ ਹੈ, ਕਿਉਂਕਿ ਹੈ ਹੀ ਨੀਲੀਆਂ, ਉਹਦੇ ਵਿੱਚ ਕੋਈ ਹੋਰ ਰੰਗ ਹੈ ਹੀ ਨਹੀਂ। ਤਾਂ ਉਸ ਕੇਸ ਦੇ ਵਿੱਚ ਆਨਸਰ 1 ਆ ਜਾਊਗਾ। ਠੀਕ ਹੈ, ਇਹਦੇ ਵਿੱਚ ਲਾਲ ਪੁੱਛਿਆ ਸੀ, ਲਾਲ ਪੁੱਛਦੇ, ਪੀਲਾ ਪੁੱਛਦੇ, ਹਰਾ ਪੁੱਛਦੇ, ਗੁਲਾਬੀ ਪੁੱਛਦੇ, ਕੋਈ ਵੀ ਪੁੱਛਦੇ ਨੀਲੇ ਤੋਂ ਇਲਾਵਾ, ਤਾਂ ਉਹਦੀ ਸੰਭਾਵਨਾ ਕਿੰਨੀ ਸੀ? 0 ਸੀ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਇਹ ਐਕਸਰਸਾਈਜ਼ ਸਮਝ ਆਈ ਹੋਏਗੀ ਚੰਗੀ ਤਰ੍ਹਾਂ। ਜੇ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆਈ ਹੈ, ਇਸ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਇਹ ਵੀਡੀਓ ਆਪਦੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ। ਜੇ ਤੁਹਾਨੂੰ ਇਸ ਦੀ PDF ਚਾਹੀਦੀ ਹੈ ਇਸ ਲੈਕਚਰ ਦੀ, ਤੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗੀ, ਤੁਸੀਂ ਜਾ ਕੇ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੋਂ ਉਸ ਨੂੰ ਡਾਊਨਲੋਡ ਕਰ ਸਕਦੇ ਹੋ। ਠੀਕ ਹੈ ਜੀ, ਥੈਂਕ ਯੂ ਸੋ ਮਚ।